ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਮੈਂ ਰਵਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੇੜੀ ਤੋਂ। ਵਿਦਿਆਰਥੀਓ, ਅੱਜ ਅਸੀਂ ਬ੍ਰੇਕਾਂ ਅਤੇ ਇਸ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ। ਵਿਦਿਆਰਥੀਓ, ਆਓ ਜਾਣਦੇ ਹਾਂ ਕਿ ਬ੍ਰੇਕਾਂ ਕੀ ਹੁੰਦੀਆਂ ਹਨ। ਵਿਦਿਆਰਥੀਓ, ਬ੍ਰੇਕਾਂ ਇੱਕ ਰਗੜ ਪੈਦਾ ਕਰਨ ਵਾਲਾ ਯੰਤਰ ਹੈ ਜੋ ਕਿ ਵਾਹਨ ਦੀ ਗਤੀ ਨੂੰ ਘਟਾ ਕੇ ਇਸ ਨੂੰ ਰੋਕਦਾ ਹੈ ਅਤੇ ਸੜਕ ਅਤੇ ਪਹਾੜੀ ਇਲਾਕਿਆਂ ਵਿੱਚ ਇਸ ਨੂੰ ਕੰਟਰੋਲ ਕਰਨ ਦਾ ਕੰਮ ਵੀ ਕਰਦਾ ਹੈ। ਵਿਦਿਆਰਥੀਓ, ਬ੍ਰੇਕਾਂ ਦੀ ਐਫੀਸ਼ੀਐਂਸੀ ਉੱਤੇ ਨਾ ਸਿਰਫ ਚਾਲਕ ਦੀ ਬਲਕਿ ਸੜਕ 'ਤੇ ਚੱਲ ਰਹੇ ਲੋਕਾਂ ਦੀ ਜ਼ਿੰਦਗੀ ਵੀ ਨਿਰਭਰ ਕਰਦੀ ਹੈ। ਵਿਦਿਆਰਥੀਓ, ਆਓ ਜਾਣਦੇ ਹਾਂ ਕਿ ਬ੍ਰੇਕਾਂ ਕਿਸ ਸਿਧਾਂਤ 'ਤੇ ਕੰਮ ਕਰਦੀਆਂ ਹਨ। ਜਿਵੇਂ ਕਿ ਅਸੀਂ ਪਹਿਲਾਂ ਹੀ ਪੜ੍ਹਿਆ ਹੈ ਕਿ ਬ੍ਰੇਕਾਂ ਇੱਕ ਰਗੜ ਪੈਦਾ ਕਰਨ ਵਾਲਾ ਯੰਤਰ ਹੈ, ਇਸ ਲਈ ਵਿਦਿਆਰਥੀਓ ਬ੍ਰੇਕਾਂ ਰਗੜ ਦੇ ਸਿਧਾਂਤ 'ਤੇ ਹੀ ਕੰਮ ਕਰਦੀਆਂ ਹਨ। ਵਿਦਿਆਰਥੀਓ, ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕੋਈ ਵਾਹਨ ਚੱਲ ਰਿਹਾ ਹੁੰਦਾ ਹੈ ਤਾਂ ਉਹਦੇ ਪਹੀਆਂ ਦੇ ਵਿੱਚ ਗਤੀਜ ਊਰਜਾ ਹੁੰਦੀ ਹੈ। ਵਿਦਿਆਰਥੀਓ, ਬ੍ਰੇਕਾਂ ਰਗੜ ਪੈਦਾ ਕਰਕੇ ਵਾਹਨ ਦੇ ਵਿੱਚ ਪਹੀਆਂ ਦੇ ਵਿੱਚ ਮੌਜੂਦ ਗਤੀਜ ਊਰਜਾ ਨੂੰ ਤਾਪ ਊਰਜਾ ਦੇ ਵਿੱਚ ਬਦਲ ਦਿੰਦੀ ਹੈ ਅਤੇ ਇਸ ਤਰ੍ਹਾਂ ਸਾਡੇ ਵਾਹਨ ਨੂੰ ਰੋਕਦੀ ਹੈ। ਵਿਦਿਆਰਥੀਓ, ਜਦੋਂ ਇਹ ਗਤੀਜ ਊਰਜਾ ਤਾਪ ਊਰਜਾ ਦੇ ਵਿੱਚ ਬਦਲ ਜਾਂਦੀ ਹੈ ਤਾਂ ਇਸ ਤੋਂ ਬਾਅਦ ਇਹ ਵਾਤਾਵਰਨ ਦੇ ਵਿੱਚ ਵਿਲੀਨ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਸਾਡੀ ਬ੍ਰੇਕ ਕੰਮ ਕਰਦੀ ਹੈ। ਵਿਦਿਆਰਥੀਓ, ਆਓ ਜਾਣਦੇ ਹਾਂ ਕਿ ਇੱਕ ਚੰਗੀ ਬ੍ਰੇਕ ਪ੍ਰਬੰਧ ਦੇ ਕੀ ਫੰਕਸ਼ਨ ਹੁੰਦੇ ਹਨ। ਵਿਦਿਆਰਥੀਓ, ਇੱਕ ਚੰਗਾ ਬ੍ਰੇਕ ਪ੍ਰਬੰਧ ਵਾਹਨ ਨੂੰ ਘੱਟ ਤੋਂ ਘੱਟ ਦੂਰੀ ਦੇ ਵਿੱਚ ਅਤੇ ਸਮੇਂ ਦੇ ਵਿੱਚ ਰੋਕਣ ਦੇ ਕਾਬਿਲ ਹੋਣਾ ਚਾਹੀਦਾ ਹੈ। ਵਿਦਿਆਰਥੀਓ, ਇੱਕ ਚੰਗਾ ਬ੍ਰੇਕ ਪ੍ਰਬੰਧ ਹਰ ਤਰ੍ਹਾਂ ਦੀ ਸੜਕੀ ਹਾਲਤਾਂ ਉੱਪਰ ਇੱਕੋ ਜਿਹਾ ਕੰਮ ਕਰਦਾ ਹੋਣਾ ਚਾਹੀਦਾ ਹੈ। ਇੱਕ ਚੰਗਾ ਬ੍ਰੇਕ ਪ੍ਰਬੰਧ ਹਰ ਤਰ੍ਹਾਂ ਦੇ ਮੌਸਮ ਜਿਵੇਂ ਕਿ ਬਰਸਾਤ, ਸਰਦੀ, ਗਰਮੀ ਆਦਿ ਦੇ ਵਿੱਚ ਇੱਕੋ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ ਹਨ। ਵਿਦਿਆਰਥੀਓ, ਇੱਕ ਚੰਗੇ ਬ੍ਰੇਕ ਪ੍ਰਬੰਧ ਦੀ ਇਹ ਖਾਸੀਅਤ ਹੁੰਦੀ ਹੈ ਕਿ ਜਦੋਂ ਵੀ ਅਸੀਂ ਬ੍ਰੇਕ ਅਪਲਾਈ ਕਰਦੇ ਹਾਂ ਤਾਂ ਉਹ ਕਦੇ ਵੀ ਸਾਡੇ ਵਾਹਨ ਦੇ ਸਟੀਅਰਿੰਗ ਪ੍ਰਬੰਧ ਨੂੰ ਪ੍ਰਭਾਵਿਤ ਨਹੀਂ ਕਰਦਾ। ਵਿਦਿਆਰਥੀਓ, ਇੱਕ ਚੰਗਾ ਬ੍ਰੇਕ ਪ੍ਰਬੰਧ ਬ੍ਰੇਕਿੰਗ ਦੇ ਦੌਰਾਨ ਘੱਟ ਤੋਂ ਘੱਟ ਆਵਾਜ਼ ਪੈਦਾ ਕਰਦਾ ਹੈ। ਵਿਦਿਆਰਥੀਓ, ਇੱਕ ਚੰਗੇ ਬ੍ਰੇਕ ਪ੍ਰਬੰਧ ਦੇ ਵਿੱਚ ਘੱਟ ਤੋਂ ਘੱਟ ਕਲਪੁਰਜਿਆਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਘੱਟ ਤੋਂ ਘੱਟ ਮੇਨਟੇਨੈਂਸ ਦੀ ਜ਼ਰੂਰਤ ਪਵੇ। ਨੈਕਸਟ ਸਲਾਈਡ ਵਿੱਚ ਵਿਦਿਆਰਥੀਓ ਆਪਾਂ ਜਾਣਦੇ ਹਾਂ ਕਿ ਇੱਕ ਚੰਗੇ ਬ੍ਰੇਕ ਪ੍ਰਬੰਧ ਦੀ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ। ਵਿਦਿਆਰਥੀਓ, ਬ੍ਰੇਕ ਪੈਡ ਅਤੇ ਬ੍ਰੇਕ ਲਾਈਨਰ ਦੇ ਬਾਹਰ ਜੋ ਪਦਾਰਥ ਦਾ ਇਸਤੇਮਾਲ ਹੁੰਦਾ ਹੈ ਉਹ ਇੱਕ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਹੈ। ਵਿਦਿਆਰਥੀਓ, ਬ੍ਰੇਕ ਪੈਡ ਅਤੇ ਬ੍ਰੇਕ ਸ਼ੂ ਲਾਈਨਿੰਗ ਦੇ ਬਾਹਰ ਜਿਸ ਵੀ ਪਦਾਰਥ ਦਾ ਇਸਤੇਮਾਲ ਕਰ ਰਹੇ ਹਾਂ ਉਸ ਦੀ ਘਸਰ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਇਸ ਬ੍ਰੇਕ ਪ੍ਰਬੰਧ ਦੀ ਲਾਈਫ ਨੂੰ ਵਧਾਇਆ ਜਾ ਸਕੇ। ਨੈਕਸਟ ਵਿਦਿਆਰਥੀਓ, ਬਹੁਤ ਹੀ ਸਾਡਾ ਜ਼ਰੂਰੀ ਪੁਆਇੰਟ ਹੈ ਉਹ ਹੈ ਕਿ ਇੱਕ ਚੰਗੇ ਬ੍ਰੇਕ ਪ੍ਰਬੰਧ ਦਾ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਜੋ ਕਨੈਟਿਕ ਐਨਰਜੀ ਭਾਵ ਗਤੀਜ ਊਰਜਾ ਜੋ ਤਾਪ ਊਰਜਾ ਵਿੱਚ ਤਬਦੀਲ ਹੁੰਦੀ ਹੈ ਉਸ ਤਾਪ ਦਾ ਨਿਕਾਸ ਜਲਦੀ ਤੋਂ ਜਲਦੀ ਅਤੇ ਆਸਾਨੀ ਨਾਲ ਵਾਤਾਵਰਨ ਦੇ ਵਿੱਚ ਹੋ ਸਕੇ। ਵਿਦਿਆਰਥੀਓ, ਇੱਕ ਚੰਗਾ ਬ੍ਰੇਕ ਪ੍ਰਬੰਧ ਤਾਂ ਹੀ ਸਹੀ ਤਰੀਕੇ ਨਾਲ ਕੰਮ ਕਰੇਗਾ ਜੇਕਰ ਸਾਡੇ ਟਾਇਰਾਂ ਦੇ ਵਿੱਚ ਹਵਾ ਦਾ ਦਬਾਅ ਇੱਕਦਮ ਸਹੀ ਹੈਗਾ। ਨੈਕਸਟ ਵਿਦਿਆਰਥੀਓ, ਆਓ ਜਾਣਦੇ ਹਾਂ ਕਿ ਬ੍ਰੇਕਿੰਗ ਪ੍ਰਬੰਧ ਦੇ ਕਿਹੜੇ ਕੰਪੋਨੈਂਟਸ ਹੁੰਦੇ ਹਨ। ਵਿਦਿਆਰਥੀਓ, ਸਭ ਤੋਂ ਪਹਿਲਾਂ ਚਿੱਤਰ 'ਚ ਅਸੀਂ ਦੇਖ ਰਹੇ ਹਾਂ ਸਾਨੂੰ ਇੱਕ ਡਿਸਕ ਟਾਈਪ ਰੋਟਰ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਬਾਹਰ ਇੱਕ ਪੈਡ ਲੱਗਾ ਹੋਇਆ ਹੈ। ਵਿਦਿਆਰਥੀਓ, ਇਸ ਨੂੰ ਅਸੀਂ ਬ੍ਰੇਕ ਪੈਡ ਅਤੇ ਰੋਟਰ ਕਹਿੰਦੇ ਹਾਂ। ਵਿਦਿਆਰਥੀਓ, ਇੱਕ ਸਟੀਲ ਦੀ ਡਿਸਕ ਬਣੀ ਹੁੰਦੀ ਹੈ। ਤੁਸੀਂ ਅਕਸਰ ਆਪਣੇ ਕਾਰਾਂ ਦੇ ਅਗਲੇ ਬ੍ਰੇਕਾਂ 'ਤੇ ਇਸ ਤਰ੍ਹਾਂ ਦਾ ਅਸੈਂਬਲੀ ਜ਼ਰੂਰ ਦੇਖੀ ਹੋਵੇਗੀ। ਨੈਕਸਟ ਵਿਦਿਆਰਥੀਓ, ਸਾਡੇ ਕੋਲ ਦੂਸਰੇ ਚਿੱਤਰ ਦੇ ਵਿੱਚ ਬ੍ਰੇਕ ਸ਼ੂ ਮੌਜੂਦ ਹਨ। ਵਿਦਿਆਰਥੀਓ, ਬ੍ਰੇਕ ਸ਼ੂ ਦਾ ਜਿਹੜਾ ਇਸਤੇਮਾਲ ਹੈ ਉਹ ਸਾਡੀਆਂ ਪਿਛਲੀਆਂ ਬ੍ਰੇਕਾਂ ਦੇ ਵਿੱਚ ਕੀਤਾ ਜਾਂਦਾ ਹੈ ਭਾਵ ਇਹ ਵੀਲ ਡਰਮ ਦੇ ਵਿੱਚ ਫਿੱਟ ਕੀਤੀਆਂ ਜਾਂਦੀਆਂ ਹਨ। ਵਿਦਿਆਰਥੀਓ, ਇਸ ਦੇ ਬਾਹਰ ਵੀ ਤੁਸੀਂ ਬਾਹਰਲੀ ਸਤਹਿ 'ਤੇ ਇੱਕ ਖੁਰਦਰਾ ਪਦਾਰਥ ਦੇਖ ਰਹੇ ਹੋਵੋਗੇ ਜੋ ਕਿ ਵਿਦਿਆਰਥੀਓ ਸਾਡਾ ਇਹੀ ਪਦਾਰਥ ਸਾਡਾ ਜੋ ਵੀਲ ਡਰਮ ਦੇ ਨਾਲ ਰਗੜ ਕਰਕੇ ਉਸ ਨੂੰ ਰੋਕਣ ਦਾ ਕੰਮ ਕਰਦਾ ਹੈ। ਵਿਦਿਆਰਥੀਓ, ਇਹ ਚਿੱਤਰ ਤੁਸੀਂ ਡਿਸਕ ਬ੍ਰੇਕ ਭਾਵ ਅਗਲੀ ਬ੍ਰੇਕਾਂ ਦਾ ਦੇਖ ਰਹੇ ਹੋ। ਵਿਦਿਆਰਥੀਓ, ਬ੍ਰੇਕ ਹੱਬ ਦੇ ਉੱਤੇ ਵੀਲ ਹੱਬ ਦੇ ਉੱਤੇ ਹੀ ਸਾਡੀ ਜੋ ਡਿਸਕ ਹੈ ਉਸ ਨੂੰ ਅਟੈਚ ਕੀਤਾ ਜਾਂਦਾ ਹੈ। ਵਿਦਿਆਰਥੀਓ, ਇਹ ਜੋ ਸਟੀਲ ਦੀ ਤੁਸੀਂ ਦੇਖ ਰਹੇ ਹੋ ਡਿਸਕ ਆਪਾਂ ਪਹਿਲਾਂ ਵੀ ਦੇਖੀ ਹੈ, ਇਸ ਨੂੰ ਬ੍ਰੇਕ ਡਿਸਕ ਜਾਂ ਫਿਰ ਰੋਟਰ ਡਿਸਕ ਵੀ ਕਹਿੰਦੇ ਹਾਂ। ਵਿਦਿਆਰਥੀਓ, ਇਸ ਦੇ ਉੱਪਰ ਹੀ ਬ੍ਰੇਕ ਕੈਲੀਪਰ ਅਸੈਂਬਲੀ ਫਿੱਟ ਕੀਤੀ ਜਾਂਦੀ ਹੈ। ਵਿਦਿਆਰਥੀਓ, ਬ੍ਰੇਕ ਕੈਲੀਪਰ ਅਸੈਂਬਲੀ ਦੇ ਵਿੱਚ ਹੀ ਬ੍ਰੇਕ ਪੈਡ
ਫਿੱਟ ਕੀਤੇ ਜਾਂਦੇ ਹਨ। ਬ੍ਰੇਕ ਪੈਡ ਵਿਦਿਆਰਥੀਓ ਇਸ ਤਰੀਕੇ ਨਾਲ ਫਿੱਟ ਕੀਤੇ ਜਾਂਦੇ ਹਨ ਕਿ ਜਦੋਂ ਉਹਨਾਂ ਨੂੰ ਬ੍ਰੇਕ ਫੋਰਸ ਮਿਲਦੀ ਹੈ ਤਾਂ ਉਹ ਜਿਹੜੀ ਡਿਸਕ ਹੈ ਜੋ ਕਿ ਵੀਲ ਹੱਬ ਦੇ ਨਾਲ ਅਟੈਚ ਹੈ ਉਸ ਦੇ ਨਾਲ ਰਗੜ ਕਰਕੇ ਇਸ ਨੂੰ ਰੋਕਣ ਦਾ ਕੰਮ ਕਰਦੀ ਹੈ। ਵਿਦਿਆਰਥੀਓ ਇਹ ਜੋ ਚਿੱਤਰ ਹੈ ਸਾਡਾ ਪਿਛਲੀਆਂ ਬ੍ਰੇਕਾਂ ਦਾ ਹੈ ਜੋ ਕਿ ਬ੍ਰੇਕ ਡਰਮ ਦੇ ਵਿੱਚ ਹੁੰਦੀਆਂ ਹਨ। ਵਿਦਿਆਰਥੀਓ ਇਸ ਦੇ ਵਿੱਚ ਅਸੀਂ ਬ੍ਰੇਕ ਡਰਮ ਵੀ ਦੇਖ ਰਹੇ ਹਾਂ ਅਤੇ ਬ੍ਰੇਕ ਡਰਮ ਦੇ ਵਿੱਚ ਜੋ ਅੰਦਰੂਨੀ ਹਿੱਸਾ ਹੁੰਦਾ ਹੈ ਜੋ ਸਾਡੀ ਬ੍ਰੇਕ ਸ਼ੂ ਅਤੇ ਵੀਲ ਸਿਲੰਡਰ ਹੁੰਦਾ ਹੈ ਉਹ ਇਸ ਦੇ ਵਿੱਚ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ। ਵਿਦਿਆਰਥੀਓ ਇਸ ਨੂੰ ਅਸੀਂ ਪਿਛਲੀਆਂ ਬ੍ਰੇਕਾਂ ਵੀ ਕਹਿੰਦੇ ਹਾਂ। ਨੈਕਸਟ ਵਿਦਿਆਰਥੀ ਅਸੀਂ ਬ੍ਰੇਕਾਂ ਦਾ ਵਰਗੀਕਰਨ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਮਕੈਨੀਕਲ ਬ੍ਰੇਕਾਂ ਹੁੰਦੀਆਂ ਹਨ, ਫਿਰ ਵਿਦਿਆਰਥੀਓ ਹਾਈਡ੍ਰੋਲਿਕ ਬ੍ਰੇਕਾਂ, ਫਿਰ ਏਅਰ ਬ੍ਰੇਕ ਜਿਸ ਨੂੰ ਆਪਾਂ ਨਿਊਮੈਟਿਕ ਬ੍ਰੇਕਸ ਵੀ ਕਹਿੰਦੇ ਹਾਂ ਅਤੇ ਅਖੀਰ 'ਚ ਸਾਡੇ ਕੋਲ ਹੈਂਡ ਬ੍ਰੇਕ। ਆਓ ਵਿਦਿਆਰਥੀਓ ਇਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਵਿਸਤਾਰ ਸਹਿਤ ਪੜ੍ਹਦੇ ਹਾਂ। ਵਿਦਿਆਰਥੀਓ ਸਭ ਤੋਂ ਪਹਿਲਾਂ ਸਾਡੇ ਕੋਲ ਮਕੈਨੀਕਲ ਬ੍ਰੇਕਸ ਨੇ। ਵਿਦਿਆਰਥੀਓ ਇਸ ਤਰ੍ਹਾਂ ਦੀ ਬ੍ਰੇਕਾਂ ਦੇ ਵਿੱਚ ਜਦੋਂ ਚਾਲਕ ਬ੍ਰੇਕ ਪੈਡ ਨੂੰ ਦਬਾਉਂਦਾ ਹੈ ਤਾਂ ਬ੍ਰੇਕ ਫੋਰਸ ਵਿਦਿਆਰਥੀਓ ਪਹੀਆਂ ਤੱਕ ਮਕੈਨੀਕਲ ਕਲਪੁਰਜੇ ਜਿਵੇਂ ਕਿ ਸਿਲੰਡਰੀਕਲ ਰੋਡ, ਸਪਰਿੰਗਸ ਅਤੇ ਫਲਕਰਮ ਦੀ ਮਦਦ ਦੇ ਨਾਲ ਪਹੀਆਂ ਤੱਕ ਪਹੁੰਚਦੀ ਹੈ। ਵਿਦਿਆਰਥੀਓ ਇਸ ਚਿੱਤਰ 'ਚ ਆਪਾਂ ਦੇਖ ਰਹੇ ਹਾਂ ਇਹ ਸਾਡੇ ਕੋਲ ਮਕੈਨੀਕਲ ਬ੍ਰੇਕਸ ਨੇ। ਵਿਦਿਆਰਥੀਓ ਇਹਨਾਂ ਦੀ ਉਦਾਹਰਨ ਸਾਡੇ ਕੋਲ ਸਾਈਕਲ ਦੀਆਂ ਬ੍ਰੇਕਾਂ, ਮੋਟਰਸਾਈਕਲ ਦੀਆਂ ਬ੍ਰੇਕਾਂ ਅਤੇ ਪਿਛਲੀਆਂ ਬ੍ਰੇਕਾਂ ਹੁੰਦੀਆਂ ਹਨ। ਵਿਦਿਆਰਥੀਓ ਇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਸਾਡੇ ਕੋਲ ਇੱਕ ਬ੍ਰੇਕ ਡਰਮ ਹੈ ਅਤੇ ਉਸ ਦੇ ਵਿੱਚ ਸਾਨੂੰ ਇੱਕ ਕੈਮ ਨਜ਼ਰ ਆ ਰਹੀ ਹੈ। ਵਿਦਿਆਰਥੀਓ ਕੈਮ ਜੋ ਹੈ ਉਹ ਸਾਡੇ ਜਿਹੜੇ ਬ੍ਰੇਕ ਸ਼ੂ ਹੈ ਉਹਨਾਂ ਦੇ ਵਿਚਕਾਰ ਫਿੱਟ ਕੀਤੀ ਜਾਂਦੀ ਹੈ। ਵਿਦਿਆਰਥੀਓ ਜਦੋਂ ਵੀ ਚਾਲਕ ਬ੍ਰੇਕ ਪੈਡਲ ਨੂੰ ਦਬਾਉਂਦਾ ਹੈ ਤਾਂ ਉਹ ਬ੍ਰੇਕ ਫੋਰਸ ਸਾਡੀ ਕੈਮ ਦੇ ਵਿੱਚ ਆਉਂਦੀ ਹੈ। ਸਾਡੀ ਕੈਮ ਜਦੋਂ ਹਰਕਤ ਵਿੱਚ ਆਏਗੀ ਤਾਂ ਉਹ ਜੋ ਸਾਡੇ ਇਹ ਬ੍ਰੇਕ ਲਾਈਨਿੰਗ ਐਂਡ ਬ੍ਰੇਕ ਸ਼ੂ ਹੈ ਉਹਨਾਂ ਨੂੰ ਬਾਹਰਲੀ ਤਰਫ ਧਕੇਲੇਗੀ ਜਿਸ ਦੇ ਸਿੱਟੇ ਵਜੋਂ ਇਹ ਬ੍ਰੇਕ ਡਰਮ ਦੇ ਨਾਲ ਸੰਪਰਕ ਵਿੱਚ ਆਉਣਗੇ ਅਤੇ ਉਸ ਨਾਲ ਰਗੜ ਪੈਦਾ ਕਰਕੇ ਉਸ ਦੀ ਗਤੀ ਘਟਾਉਣ ਜਾਂ ਫਿਰ ਉਸ ਨੂੰ ਰੋਕਣ ਦਾ ਕੰਮ ਕਰਨਗੇ। ਨੈਕਸਟ ਵਿਦਿਆਰਥੀਓ ਸਾਡੇ ਕੋਲ ਬਹੁਤ ਹੀ ਜੋ ਅੱਜ ਕੱਲ੍ਹ ਵਾਹਨਾਂ ਦੇ ਵਿੱਚ ਇਸਤੇਮਾਲ ਹੋ ਰਹੀ ਹੈ ਉਹ ਨੇ ਹਾਈਡ੍ਰੋਲਿਕਸ ਬ੍ਰੇਕਸ। ਵਿਦਿਆਰਥੀਓ ਹਾਈਡ੍ਰੋਲਿਕ ਬ੍ਰੇਕਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇਸ ਦੇ ਕੁਝ ਮੁੱਖ ਕੰਪੋਨੈਂਟਸ ਬਾਰੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਵਿਦਿਆਰਥੀਓ ਸਾਡੇ ਕੋਲ ਹੈ ਬ੍ਰੇਕ ਮਾਸਟਰ ਸਿਲੰਡਰ, ਦੂਸਰਾ ਸਾਡੇ ਕੋਲ ਵੀਲ ਸਿਲੰਡਰ ਅਤੇ ਤੀਸਰਾ ਬ੍ਰੇਕ ਲਾਈਨਸ। ਵਿਦਿਆਰਥੀਓ ਜੋ ਬ੍ਰੇਕ ਮਾਸਟਰ ਸਿਲੰਡਰ ਹੁੰਦਾ ਹੈ ਉਸ ਦਾ ਕੰਮ ਸਾਡੀ ਬ੍ਰੇਕ ਫੋਰਸ ਨੂੰ ਹਾਈਡ੍ਰੋਲਿਕ ਫੋਰਸ ਦੇ ਵਿੱਚ ਤਬਦੀਲ ਕਰਨ ਦਾ ਹੁੰਦਾ ਹੈ। ਵਿਦਿਆਰਥੀਓ ਇਸ ਦੇ ਵਿੱਚ ਹੀ ਇੱਕ ਸਾਡੇ ਕੋਲ ਬਲੀਡਿੰਗ ਵਾਲ ਵੀ ਹੁੰਦਾ ਹੈ ਜੋ ਕਿ ਬਲੀਡਿੰਗ ਦੀ ਪ੍ਰਕਿਰਿਆ ਕਰਨ ਦੇ ਕੰਮ ਲਈ ਵਰਤਿਆ ਜਾਂਦਾ ਹੈ। ਆਓ ਵਿਦਿਆਰਥੀਓ ਦੇਖਦੇ ਹਾਂ ਕਿ ਬ੍ਰੇਕ ਮਾਸਟਰ ਸਿਲੰਡਰ ਕਿਸ ਤਰ੍ਹਾਂ ਦਾ ਹੁੰਦਾ ਹੈ। ਵਿਦਿਆਰਥੀਓ ਇਹ ਜੋ ਸਾਡੇ ਕੋਲ ਦੋ ਚਿੱਤਰ ਨਜ਼ਰ ਆ ਰਹੇ ਹਨ ਇਹ ਬ੍ਰੇਕ ਮਾਸਟਰ ਸਿਲੰਡਰ ਦੇ ਹਨ। ਵਿਦਿਆਰਥੀ ਜੋ ਪਹਿਲਾ ਚਿੱਤਰ ਹੈ ਉਹ ਸਾਡਾ ਬ੍ਰੇਕ ਮਾਸਟਰ ਸਿਲੰਡਰ ਦਾ ਬਾਹਰੀ ਨਜ਼ਾਰਾ ਹੈ। ਵਿਦਿਆਰਥੀਓ ਤੁਸੀਂ ਦੇਖ ਰਹੇ ਹੋ ਬ੍ਰੇਕ ਮਾਸਟਰ ਸਿਲੰਡਰ ਦੇ ਉੱਪਰ ਇੱਕ ਪਲਾਸਟਿਕ ਦੀ ਟੈਂਕੀ ਹੈ ਜਿਸ ਨੂੰ ਵਿਦਿਆਰਥੀਓ ਅਸੀਂ ਬ੍ਰੇਕ ਫਲੂਇਡ ਰਿਜ਼ਰਵਾਇਰ ਵੀ ਕਹਿੰਦੇ ਹਾਂ। ਫਿਰ ਵਿਦਿਆਰਥੀਓ ਉਸਦੇ ਥੱਲੇ ਇੱਕ ਮੈਟੈਲਿਕ ਪੋਰਸ਼ਨ ਹੈ ਜਿਸ ਦੇ ਵਿੱਚ ਵਿਦਿਆਰਥੀਓ ਸਾਡਾ ਪਿਸਟਨ ਮੌਜੂਦ ਰਹਿੰਦਾ ਹੈ। ਵਿਦਿਆਰਥੀਓ ਇਸੇ ਹੀ ਚਿੱਤਰ ਦਾ ਅੰਦਰੂਨੀ ਹਿੱਸਾ ਦੂਸਰੇ ਚਿੱਤਰ ਦੇ ਵਿੱਚ ਮੌਜੂਦ ਹੈ। ਤੁਸੀਂ ਦੇਖ ਰਹੇ ਹੋ ਜੋ ਸਾਡੀ ਜੋ ਸਟੀਲ ਦਾ ਪੋਰਸ਼ਨ ਹੈ ਉਸ ਦੇ ਵਿੱਚ ਵਿਦਿਆਰਥੀਓ ਇੱਕ ਸਾਡੇ ਕੋਲ ਪਿਸਟਨ ਹੁੰਦਾ ਹੈ। ਵਿਦਿਆਰਥੀਓ ਪਿਸਟਨ ਸਿੱਧੇ ਤੌਰ 'ਤੇ ਸਾਡਾ ਬ੍ਰੇਕ ਪੈਡਲ ਦੇ ਨਾਲ ਅਟੈਚ ਹੁੰਦਾ ਹੈ। ਭਾਵ ਜੋ ਵੀ ਬ੍ਰੇਕ ਫੋਰਸ ਬ੍ਰੇਕ ਪੈਡਲ ਰਾਹੀਂ ਆਉਂਦੀ ਹੈ ਉਹ ਇਸ ਪਿਸਟਨ ਨੂੰ ਹਰਕਤ ਦੇ ਵਿੱਚ ਲਿਆਉਂਦੀ ਹੈ ਅਤੇ ਇਸ ਪਿਸਟਨ ਦੀ ਹਰਕਤ ਵਿੱਚ ਆਉਣ ਦੇ ਨਾਲ ਹੀ ਸਾਡੀ ਹਾਈਡ੍ਰੋਲਿਕ ਫੋਰਸ ਪੈਦਾ ਹੁੰਦੀ ਹੈ। ਭਾਵ ਸਾਡੀ ਮਕੈਨੀਕਲ ਫੋਰਸ ਜੋ ਹੈ ਉਹ ਹਾਈਡ੍ਰੋਲਿਕ ਫੋਰਸ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਨੈਕਸਟ ਵਿਦਿਆਰਥੀਓ ਸਾਡੇ ਕੋਲ ਹੈ ਵੀਲ ਸਿਲੰਡਰ। ਵਿਦਿਆਰਥੀਓ ਵੀਲ ਸਿਲੰਡਰ ਦਾ ਇਸਤੇਮਾਲ ਸਾਡਾ ਜੋ ਹੈ ਉਹ ਪਿਛਲੀ ਬ੍ਰੇਕਾਂ ਭਾਵ ਵੀਲ ਡਰਮ ਦੇ ਵਿੱਚ ਕੀਤਾ ਜਾਂਦਾ ਹੈ। ਵਿਦਿਆਰਥੀਓ ਆਓ ਵੀਲ ਸਿਲੰਡਰ ਦਾ ਅਸੀਂ ਅੰਦਰੂਨੀ ਹਿੱਸਾ ਦੇਖੀਏ। ਵਿਦਿਆਰਥੀਓ ਇਹ ਜੋ ਸਾਡੇ ਕੋਲ ਚਿੱਤਰ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਜੋ ਸਾਡਾ ਵੀਲ ਡਰਮ ਹੈ ਜੋ ਕਿ ਸਾਡਾ ਵੀਲ ਹੱਬ ਦੇ ਨਾਲ ਅਟੈਚ ਹੈ ਅਤੇ ਇਸ ਦੇ ਵਿੱਚ ਹੀ ਸਾਨੂੰ ਇੱਕ ਬਲੈਕ ਐਂਡ ਸਟੀਲ ਦਾ ਪੋਰਸ਼ਨ ਨਜ਼ਰ ਆ ਰਿਹਾ ਜਿਸ ਨੂੰ ਵਿਦਿਆਰਥੀਓ ਆਪਾਂ ਵੀਲ ਡਰਮ ਜਾਂ ਫਿਰ ਸਲੇਵ ਸਿਲੰਡਰ ਵੀ ਜਿਸ ਨੂੰ ਆਪਾਂ ਸਲੇਵ ਸਿਲੰਡਰ ਕਹਿੰਦੇ ਹਾਂ। ਨੈਕਸਟ ਵਿਦਿਆਰਥੀਓ ਆਪਾਂ ਹੁਣ ਪੜ੍ਹਾਂਗੇ ਕਿ ਇੱਕ ਹਾਈਡ੍ਰੋਲਿਕ ਬ੍ਰੇਕ ਕਿਵੇਂ ਕੰਮ ਕਰਦੀ ਹੈ। ਵਿਦਿਆਰਥੀਓ ਤੁਸੀਂ ਦੇਖ ਰਹੇ ਹੋ ਜਦੋਂ ਚਾਲਕ ਬ੍ਰੇਕ ਪੈਡਲ ਨੂੰ ਪ੍ਰੈਸ ਕਰਦਾ ਹੈ ਤਾਂ ਇਹ ਬ੍ਰੇਕ ਪੈਡਲ ਦੀ ਜੋ ਸਾਡੇ ਕੋਲ ਰੋਡ ਹੈ ਉਹ ਸਾਡੀ ਬ੍ਰੇਕ ਮਾਸਟਰ ਸਿਲੰਡਰ ਦੇ ਨਾਲ ਅਟੈਚ ਹੁੰਦੀ ਹੈ। ਵਿਦਿਆਰਥੀਓ ਜਦੋਂ ਬ੍ਰੇਕ ਪੈਡਲ ਨੂੰ ਪ੍ਰੈਸ ਕੀਤਾ ਜਾਏਗਾ ਤਾਂ ਜੋ ਸਾਡੇ ਕੋਲ
ਪਿਸਟਨ ਹੈ ਜੋ ਬ੍ਰੇਕ ਮਾਸਟਰ ਸਿਲੰਡਰ ਦੇ ਵਿੱਚ ਮੌਜੂਦ ਹੈ ਉਹ ਹਰਕਤ ਵਿੱਚ ਆਏਗਾ, ਜਿਸ ਦੇ ਸਿੱਟੇ ਵਜੋਂ ਉਹ ਤੇਲ ਨੂੰ ਕੰਪਰੈਸ ਕਰੇਗਾ ਅਤੇ ਸਾਡੇ ਕੋਲ ਹਾਈਡ੍ਰੋਲਿਕ ਫੋਰਸ ਪੈਦਾ ਹੋਵੇਗੀ। ਵਿਦਿਆਰਥੀਓ ਇਹ ਹਾਈਡ੍ਰੋਲਿਕ ਫੋਰਸ ਸਾਡੀ ਬ੍ਰੇਕ ਲਾਈਨਾਂ ਤੋਂ ਹੋ ਕੇ ਵਿਦਿਆਰਥੀਓ ਹਰ ਇੱਕ ਪਹੀਏ ਤੱਕ ਪਹੁੰਚਦੀ ਹੈ ਅਤੇ ਇਸ ਪਹੀਆਂ ਦੇ ਵਿੱਚ ਮੌਜੂਦ ਬ੍ਰੇਕ ਪੈਡਸ ਅਤੇ ਬ੍ਰੇਕ ਸ਼ੂ ਨੂੰ ਹਰਕਤ ਵਿੱਚ ਲਿਆ ਕੇ ਸਾਡੀ ਬ੍ਰੇਕ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਗਾਉਣ ਵਿੱਚ ਮਦਦ ਕਰਦੀ ਹੈ। ਵਿਦਿਆਰਥੀਓ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਬ੍ਰੇਕ ਮਾਸਟਰ ਸਿਲੰਡਰ ਜੋ ਸਾਡੀ ਚਾਲਕ ਦੁਆਰਾ ਮਕੈਨੀਕਲ ਫੋਰਸ ਨੂੰ ਹਾਈਡ੍ਰੋਲਿਕ ਫੋਰਸ ਦੇ ਵਿੱਚ ਤਬਦੀਲ ਕਰਕੇ ਬ੍ਰੇਕ ਲਗਾਉਣ ਦਾ ਕੰਮ ਕਰਦੀਆਂ ਹਨ। ਵਿਦਿਆਰਥੀਓ ਆਓ ਦੇਖਦੇ ਹਾਂ ਕਿ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਕੀ ਫਾਇਦੇ ਹਨ। ਵਿਦਿਆਰਥੀਓ ਸਭ ਤੋਂ ਪਹਿਲਾਂ ਇਸ ਦਾ ਫਾਇਦਾ ਇਹ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਕੈਨੀਕਲ ਲਿੰਕੇਜ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ, ਭਾਵ ਇਸ ਨੂੰ ਘੱਟ ਤੋਂ ਘੱਟ ਮੁਰੰਮਤ ਦੀ ਲੋੜ ਪਵੇਗੀ। ਦੂਸਰਾ ਵਿਦਿਆਰਥੀਓ ਇਸ ਦਾ ਬੈਨੀਫਿਟ ਇਹ ਹੈ ਕਿ ਅੱਜ ਕੱਲ੍ਹ ਜੋ ਵੀ ਸਾਡੇ ਕੋਲ ਲਾਈਟ ਵਾਹਨ ਹਨ, ਭਾਵ ਜੋ ਹਲਕੇ ਵਾਹਨ ਹੈ, ਉਹਨਾਂ ਵਿੱਚ ਬ੍ਰੇਕਿੰਗ ਲਈ ਹਾਈਡ੍ਰੋਲਿਕ ਬ੍ਰੇਕ ਦਾ ਇਸਤੇਮਾਲ ਹੀ ਕੀਤਾ ਜਾ ਰਿਹਾ ਹੈ। ਨੈਕਸਟ ਵਿਦਿਆਰਥੀਓ ਜੋ ਇਸ ਦਾ ਸਭ ਤੋਂ ਮਹੱਤਵਪੂਰਨ ਜੋ ਸਾਡਾ ਫਾਇਦਾ ਹੈ ਉਹ ਹੈ ਕਿ ਇਸ ਦੇ ਵਿੱਚ ਇਹ ਜੋ ਸਾਡੀ ਜੋ ਹਾਈਡ੍ਰੋਲਿਕ ਬ੍ਰੇਕਾਂ ਹਨ ਮਕੈਨੀਕਲ ਬ੍ਰੇਕਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਅਸਰਦਾਰ ਹੁੰਦੀਆਂ ਹਨ। ਵਿਦਿਆਰਥੀਓ ਪਰ ਇਸ ਦੇ ਨਾਲ ਹੀ ਇੱਕ ਇਸਦਾ ਡਰਾਬੈਕ ਭਾਵ ਹਾਨੀ ਵੀ ਹੈ। ਵਿਦਿਆਰਥੀਓ ਹਾਈਡ੍ਰੋਲਿਕ ਬ੍ਰੇਕ ਦਾ ਇਸਤੇਮਾਲ ਆਪਾਂ ਸਿਰਫ ਉਹਨਾਂ ਵਾਹਨਾਂ ਵਿੱਚ ਹੀ ਕਰ ਸਕਦੇ ਹਾਂ ਜਿਹੜੇ ਵਾਹਨਾਂ ਵਿੱਚ ਅਗਲੇ ਅਤੇ ਪਿਛਲੇ ਪਹੀਆਂ ਦੇ ਵਿਚਲੀ ਦੂਰੀ ਕੋਈ ਜ਼ਿਆਦਾ ਨਹੀਂ ਹੁੰਦੀ, ਭਾਵ ਵਿਦਿਆਰਥੀਓ ਛੋਟੇ ਵਾਹਨ ਹਲਕੇ ਵਾਹਨ ਦਾ ਵਿੱਚ ਹੀ ਸਿਰਫ ਇਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਭਾਰੀ ਵਾਹਨ ਜਿਵੇਂ ਕਿ ਬੱਸ ਟਰੱਕ ਜਿਨ੍ਹਾਂ ਦੇ ਵਿੱਚ ਅਗਲੇ ਅਤੇ ਪਿਛਲੇ ਪਹੀਆਂ ਦੇ ਵਿਚਲੀ ਦੂਰੀ ਕਾਫੀ ਜ਼ਿਆਦਾ ਹੁੰਦੀ ਹੈ, ਉਹਨਾਂ ਵਿੱਚ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਨੈਕਸਟ ਵਿਦਿਆਰਥੀਓ ਸਾਡੇ ਕੋਲ ਜੋ ਬ੍ਰੇਕ ਦੀ ਕਿਸਮ ਹੈ ਉਹ ਸਾਡੀ ਹੈ ਏਅਰ ਬ੍ਰੇਕ। ਵਿਦਿਆਰਥੀਓ ਏਅਰ ਬ੍ਰੇਕ ਨੂੰ ਆਪਾਂ ਨੋਮੈਟਿਕ ਬ੍ਰੇਕ ਵੀ ਕਹਿੰਦੇ ਹਨ। ਵਿਦਿਆਰਥੀਓ ਜਿੰਨੇ ਸਾਡੇ ਭਾਰੀ ਵਾਹਨ ਹਨ, ਟਰੱਕ ਬੱਸਿਸ ਅਤੇ ਹੋਰ ਵੀ ਜੋ ਭਾਰੀ ਵਾਹਨ ਹੁੰਦੇ ਹਨ ਕਮਰਸ਼ੀਅਲ, ਉਹਨਾਂ ਵਿੱਚ ਏਅਰ ਬ੍ਰੇਕ ਦਾ ਇਸਤੇਮਾਲ ਹੀ ਕੀਤਾ ਜਾਂਦਾ ਹੈ। ਵਿਦਿਆਰਥੀਓ ਏਅਰ ਬ੍ਰੇਕ ਦਾ ਕੰਮ ਲਗਭਗ ਹਾਈਡ੍ਰੋਲਿਕ ਬ੍ਰੇਕ ਦੀ ਤਰ੍ਹਾਂ ਹੀ ਹੁੰਦਾ ਹੈ, ਪਰ ਵਿਦਿਆਰਥੀਓ ਜੋ ਇਸ ਦੇ ਵਿੱਚ ਫਰਕ ਹੈ ਉਹ ਇਹ ਹੈ ਕਿ ਇਸ ਹਾਈਡ੍ਰੋਲਿਕ ਬ੍ਰੇਕ ਵਿੱਚ ਹਾਈਡ੍ਰੋਲਿਕ ਪ੍ਰੈਸ਼ਰ ਦਾ ਇਸਤੇਮਾਲ ਹੁੰਦਾ ਹੈ, ਪਰ ਏਅਰ ਬ੍ਰੇਕ ਦੇ ਵਿੱਚ ਜੋ ਹੈ ਆਪਾਂ ਕੰਪਰੈਸਡ ਹਵਾ ਦਾ ਇਸਤੇਮਾਲ ਕਰਕੇ ਬ੍ਰੇਕ ਫੋਰਸ ਪੈਦਾ ਕਰਦੇ ਹਾਂ। ਵਿਦਿਆਰਥੀਓ ਆਓ ਦੇਖਦੇ ਹਾਂ ਕਿ ਏਅਰ ਬ੍ਰੇਕ ਸਿਸਟਮ ਦੇ ਕਿਹੜੇ ਮੁੱਖ ਕੰਪੋਨੈਂਟਸ ਹੁੰਦੇ ਹਨ। ਵਿਦਿਆਰਥੀਓ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਏਅਰ ਕੰਪਰੈਸਰ, ਦੂਸਰਾ ਹੈ ਸਾਡਾ ਏਅਰ ਟੈਂਕ ਜਾਂ ਫਿਰ ਏਅਰ ਰਿਜ਼ਰਵਾਇਰ ਅਤੇ ਤੀਸਰਾ ਹੈ ਬ੍ਰੇਕ ਚੈਂਬਰ। ਆਓ ਵਿਦਿਆਰਥੀਓ ਇਹਨਾਂ ਨੂੰ ਆਪਾਂ ਵਿਸਤਾਰ ਸਹਿਤ ਪੜ੍ਹਦੇ ਹਾਂ। ਵਿਦਿਆਰਥੀਓ ਸਭ ਤੋਂ ਪਹਿਲਾਂ ਸਾਡੇ ਕੋਲ ਜੋ ਏਅਰ ਬ੍ਰੇਕ ਸਿਸਟਮ ਦੇ ਵਿੱਚ ਹੈ ਉਹ ਮੁੱਖ ਕੰਪੋਨੈਂਟ ਹੈ ਏਅਰ ਕੰਪਰੈਸਰ। ਵਿਦਿਆਰਥੀਓ ਜਿਵੇਂ ਕਿ ਪਹਿਲਾਂ ਹੀ ਆਪਾਂ ਪੜ੍ਹਿਆ ਹੈ ਕਿ ਏਅਰ ਬ੍ਰੇਕ ਸਿਸਟਮ ਜਾਂ ਨੋਮੈਟਿਕ ਏਅਰ ਬ੍ਰੇਕ ਦੇ ਵਿੱਚ ਆਪਾਂ ਹਵਾ ਦਾ ਇਸਤੇਮਾਲ ਕਰਦੇ ਹਾਂ, ਪਰ ਵਿਦਿਆਰਥੀਓ ਆਪਾਂ ਸਿੱਧੇ ਤੌਰ 'ਤੇ ਉਸ ਹਵਾ ਦਾ ਇਸਤੇਮਾਲ ਨਹੀਂ ਕਰਦੇ। ਸਭ ਤੋਂ ਪਹਿਲਾਂ ਆਪਾਂ ਉਸ ਹਵਾ ਨੂੰ ਕੰਪਰੈਸ ਕਰਦੇ ਹਾਂ। ਵਿਦਿਆਰਥੀਓ ਕੰਪਰੈਸ ਕਰਨ ਤੋਂ ਭਾਵ ਹੁੰਦਾ ਹੈ ਕਿ ਆਪਾਂ ਹਵਾ ਦੇ ਜੋ ਘਣ ਹੈ, ਜੋ ਉਸ ਦਾ ਵਾਲੀਅਮ ਹੈ, ਉਸ ਨੂੰ ਘਟਾ ਦਿੰਦੇ ਹਾਂ ਅਤੇ ਉਸ ਦੇ ਪ੍ਰੈਸ਼ਰ ਨੂੰ ਵਧਾ ਦਿੰਦੇ ਹਾਂ। ਵਿਦਿਆਰਥੀਓ ਇਹ ਏਅਰ ਬ੍ਰੇਕ ਸਿਸਟਮ ਦਾ ਬਹੁਤ ਹੀ ਮਹੱਤਵਪੂਰਨ ਕਲਪੁਰਜਾ ਹੈ ਅਤੇ ਵਿਦਿਆਰਥੀਓ ਇਹ ਆਪਣੀ ਚਾਲ ਆਪਣੀ ਇੰਜਨ ਤੋਂ ਪ੍ਰਾਪਤ ਕਰਦਾ ਹੈ। ਨੈਕਸਟ ਵਿਦਿਆਰਥੀਓ ਸਾਡੇ ਕੋਲ ਜੋ ਜ਼ਰੂਰੀ ਕੰਪੋਨੈਂਟ ਹੈ ਉਹ ਏਅਰ ਟੈਂਕ। ਵਿਦਿਆਰਥੀਓ ਜਦੋਂ ਏਅਰ ਕੰਪਰੈਸਰ ਹਵਾ ਨੂੰ ਕੰਪਰੈਸ ਕਰ ਦਿੰਦਾ ਹੈ ਤਾਂ ਉਹ ਕੰਪਰੈਸ ਹੋਈ ਹਵਾ ਸਾਡੀ ਜੋ ਹੈ ਏਅਰ ਟੈਂਕ ਜਾਂ ਫਿਰ ਏਅਰ ਰਿਜ਼ਰਵਾਇਰ ਦੇ ਵਿੱਚ ਸਟੋਰ ਹੋ ਜਾਂਦੀ ਹੈ। ਤੁਸੀਂ ਅਕਸਰ ਹੀ ਬੱਸਾਂ ਜਾਂ ਟਰੱਕਾਂ ਦੇ ਹੇਠਾਂ ਇਸ ਤਰ੍ਹਾਂ ਦੇ ਟੈਂਕਰ ਦੇਖੇ ਹੋਣਗੇ ਸਿਲੰਡਰੀਕਲ ਟਾਈਪ ਦੇ। ਵਿਦਿਆਰਥੀਓ ਇਹ ਟੈਂਕਰ ਜੋ ਹੈ ਇਹਨਾਂ ਨੂੰ ਏਅਰ ਟੈਂਕ ਜਾਂ ਫਿਰ ਏਅਰ ਰਿਜ਼ਰਵਾਇਰ ਕਹਿੰਦੇ ਹਾਂ ਅਤੇ ਇਹਨਾਂ ਵਿੱਚ ਲਗਭਗ 900 ਕਿਲੋ ਪਾਸਕਲ ਦੇ ਪ੍ਰੈਸ਼ਰ ਦੇ ਕਰੀਬ ਕੰਪਰੈਸਡ ਹਵਾ ਮੌਜੂਦ ਰਹਿੰਦੀ ਹੈ। ਨੈਕਸਟ ਵਿਦਿਆਰਥੀਓ ਸਾਡੇ ਕੋਲ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਕੰਪੋਨੈਂਟ ਹੈ ਬ੍ਰੇਕ ਚੈਂਬਰ। ਵਿਦਿਆਰਥੀਓ ਬ੍ਰੇਕ ਚੈਂਬਰ ਜੋ ਹੈ ਉਹ ਹਰ ਪਹੀਏ 'ਤੇ ਮੌਜੂਦ ਹੁੰਦਾ ਹੈ। ਵਿਦਿਆਰਥੀਓ ਇਸ ਦਾ ਕੰਮ ਹੁੰਦਾ ਹੈ ਕਿ ਜੋ ਕੰਪਰੈਸਡ ਹਵਾ ਹੈ ਉਸ ਨੂੰ ਮਕੈਨੀਕਲ ਫੋਰਸ ਦੇ ਵਿੱਚ ਤਬਦੀਲ ਕਰਕੇ ਵਾਹਨ ਨੂੰ ਰੋਕਣਾ। ਵਿਦਿਆਰਥੀਓ ਆਪਾਂ ਕਹਿ ਸਕਦੇ ਹਾਂ ਵੀ ਕੰਪਰੈਸਡ ਹਵਾ ਨੂੰ ਜੋ ਸਾਡੀ ਕੰਪਰੈਸਡ ਹਵਾ ਹੈ ਉਸ ਨੂੰ ਮਕੈਨੀਕਲ ਫੋਰਸ ਦੇ ਵਿੱਚ ਜਿਹੜਾ ਕੰਪੋਨੈਂਟ ਕਨਵਰਟ ਕਰਦਾ ਹੈ ਉਸ ਨੂੰ ਆਪਾਂ ਬ੍ਰੇਕ ਚੈਂਬਰ ਕਹਿੰਦੇ ਹਾਂ। ਆਓ ਵਿਦਿਆਰਥੀਓ ਆਪਾਂ ਬ੍ਰੇਕ ਚੈਂਬਰ ਦਾ ਅੰਦਰੂਨੀ ਹਿੱਸਾ ਦੇਖਦੇ ਹਾਂ। ਅਸੀਂ ਦੇਖ ਰਹੇ ਹਾਂ ਵਿਦਿਆਰਥੀਓ ਬ੍ਰੇਕ ਚੈਂਬਰ ਦੇ ਵਿੱਚ ਸਾਡਾ ਸਲੈਕ ਐਡਜਸਟਰ ਹੈ ਜੋ ਕਿ ਬਲੂ ਕਲਰ ਦਾ ਨਜ਼ਰ ਆ ਰਿਹਾ ਹੈ। ਨੈਕਸਟ ਵਿਦਿਆਰਥੀਓ ਬਹੁਤ ਹੀ
ਸਾਡੇ ਕੋਲ ਮਹੱਤਵਪੂਰਨ ਕਲਪੁਰਜਾ ਹੈ ਪੁਸ਼ ਰੋਡ, ਜੋ ਵਿਦਿਆਰਥੀਓ ਸਾਨੂੰ ਸਲੈਕ ਐਡਜਸਟਰ ਤੋਂ ਲੈ ਕੇ ਜੋ ਸਾਡੇ ਡਾਇਆਫਰੈਗਮ ਦੇ ਨਾਲ ਅਟੈਚ ਹੈ, ਉਹ ਇੱਕ ਰੈੱਡ ਕਲਰ ਦੀ ਸਾਡੇ ਕੋਲ ਰੋਡ ਨਜ਼ਰ ਆ ਰਹੀ ਹੈ, ਇਸ ਨੂੰ ਪੁਸ਼ ਰੋਡ ਕਹਿੰਦੇ ਹਾਂ। ਵਿਦਿਆਰਥੀਓ ਪੁਸ਼ ਰੋਡ ਦੇ ਪਿੱਛੇ ਆਪਾਂ ਦੇਖ ਰਹੇ ਹਾਂ ਰਿਟਰਨ ਸਪਰਿੰਗ ਹਨ ਡਾਇਆਫਰੈਗਮ ਦੇ ਵਿੱਚ। ਵਿਦਿਆਰਥੀ ਜਦੋਂ ਕੰਪਰੈਸਡ ਹਵਾ ਡਾਇਆਫਰੈਗਮ ਦੇ ਵਿੱਚ ਆਉਂਦੀ ਹੈ ਤਾਂ ਇਸ ਡਾਇਆਫਰੈਗਮ ਦੇ ਵਿੱਚ ਕੰਪਰੈਸਡ ਹਵਾ ਐਂਟਰ ਕਰਦੇ ਹੀ ਸਾਡੀ ਪੁਸ਼ ਰੋਡ ਨੂੰ ਹਰਕਤ ਵਿੱਚ ਲਿਆਂਦੀ ਹੈ। ਵਿਦਿਆਰਥੀ ਜਦੋਂ ਪੁਸ਼ ਰੋਡ ਨੂੰ ਉਹ ਬਾਹਰ ਦੀ ਤਰਫ ਧਕੇਲਦੀ ਹੈ ਤਾਂ ਸਿੱਟੇ ਵਜੋਂ ਸਾਡਾ ਸਲੈਕ ਐਡਜਸਟਰ ਵੀ ਹਰਕਤ ਵਿੱਚ ਆਉਂਦਾ ਹੈ, ਜੋ ਕਿ ਫਰਦਰ ਅੱਗੇ ਵੀਲ ਡਰਮ ਦੇ ਵਿੱਚ ਮੌਜੂਦ ਐਸ ਕੈਮ ਦੇ ਨਾਲ ਅਟੈਚ ਹੁੰਦਾ ਹੈ, ਅਤੇ ਜਦੋਂ ਉਸ ਨੂੰ ਹਰਕਤ ਵਿੱਚ ਲਿਆਏਗਾ ਤਾਂ ਸਾਡੇ ਬ੍ਰੇਕ ਸ਼ੂ ਵੀ ਹਰਕਤ ਵਿੱਚ ਆ ਕੇ ਸਾਡੇ ਵੀਲ ਡਰਮ ਦੇ ਨਾਲ ਸੰਪਰਕ ਵਿੱਚ ਆਉਣਗੇ ਅਤੇ ਸਾਡੀ ਬ੍ਰੇਕ ਨੂੰ ਕਾਰਗਰ ਤਰੀਕੇ ਨਾਲ ਸਾਡੀ ਬ੍ਰੇਕ ਜੋ ਹੈ ਕੰਮ ਕਰੇਗੀ। ਆਓ ਜਾਣਦੇ ਹਾਂ ਵਿਦਿਆਰਥੀਓ ਵੀ 에ਅਰ ਬ੍ਰੇਕ ਸਿਸਟਮ ਦੀ ਵਰਕਿੰਗ ਦੇ ਬਾਰੇ ਜਾਣਦੇ ਹਾਂ। ਵਿਦਿਆਰਥੀਓ ਜਦੋਂ ਚਾਲਕ ਬ੍ਰੇਕ ਪੈਡਲ ਨੂੰ ਪ੍ਰੈਸ ਕਰਦਾ ਹੈ ਤਾਂ ਵਿਦਿਆਰਥੀਓ ਜੋ ਸਾਡੇ ਕੋਲ ਹਵਾ ਹੈ ਕੰਪਰੈਸਡ ਹਵਾ, ਉਹ ਸਾਡੀ ਕੰਪਰੈਸਡ ਹਵਾ ਸਿੱਧੇ ਤੌਰ 'ਤੇ ਕਿਹਦੇ ਵਿੱਚ ਆ ਜਾਂਦੀ ਹੈ, ਸਾਡੇ ਬ੍ਰੇਕ ਚੈਂਬਰ ਦੇ ਵਿੱਚ। ਵਿਦਿਆਰਥੀਓ ਬ੍ਰੇਕ ਚੈਂਬਰ ਫਰਦਰ ਅੱਗੇ ਵੀਲ ਦੇ ਨਾਲ ਅਟੈਚ ਹੁੰਦੇ ਹਨ, ਭਾਵ ਆਪਾਂ ਪਹਿਲੋਂ ਹੀ ਪੜ੍ਹਿਆ ਹੈ ਕਿ ਬ੍ਰੇਕ ਚੈਂਬਰ ਦੇ ਵਿੱਚ ਮੌਜੂਦ ਪੁਸ਼ ਰੋਡ ਜੋ ਕਿ ਅੱਗੇ ਫਰਦਰ ਸਲੈਕ ਐਡਜਸਟਰ ਨਾਲ ਅਟੈਚ ਹੁੰਦੀ ਹੈ, ਅਤੇ ਸਲੈਕ ਐਡਜਸਟਰ ਵਿਦਿਆਰਥੀਓ ਅੱਗੇ ਸਾਡੇ ਐਸ ਕੈਮ ਦੇ ਨਾਲ ਅਟੈਚ ਹੁੰਦੇ ਹਨ। ਵਿਦਿਆਰਥੀਓ ਇਹ ਕੰਪਰੈਸਡ ਹਵਾ ਜਦੋਂ ਬ੍ਰੇਕ ਚੈਂਬਰ 'ਚ ਜਾਂਦੀ ਹੈ ਤਾਂ ਬ੍ਰੇਕ ਚੈਂਬਰ 'ਚ ਜਾ ਕੇ ਇਹ ਮਕੈਨੀਕਲ ਫੋਰਸ ਦੇ ਵਿੱਚ ਤਬਦੀਲ ਹੋ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਇਹ ਸਾਡੀ ਐਸ ਕੈਮ ਨੂੰ ਹਰਕਤ ਵਿੱਚ ਲਿਆਂਦੀ ਹੈ, ਤਾਂ ਐਸ ਕੈਮ ਫਰਦਰ ਅੱਗੇ ਸਾਡੇ ਬ੍ਰੇਕ ਸ਼ੂ ਨੂੰ ਬਾਹਰ ਦੀ ਤਰਫ ਧਕੇਲਦੇ ਹਨ ਅਤੇ ਉਹ ਵੀਲ ਡਰਮ ਦੇ ਨਾਲ ਸੰਪਰਕ 'ਚ ਆ ਕੇ ਸਾਡੀ ਬ੍ਰੇਕ ਨੂੰ ਹਰਕਤ ਵਿੱਚ ਲਿਆਉਂਦੇ ਹਨ। ਵਿਦਿਆਰਥੀਓ ਇਹ ਸਾਡੀ ਜੋ ਹੈ ਸਾਡਾ 에ਅਰ ਬ੍ਰੇਕ ਸਿਸਟਮ ਦੀ ਵਰਕਿੰਗ ਹੁੰਦੀ ਹੈ। ਨੈਕਸਟ ਵਿਦਿਆਰਥੀਓ ਸਾਡੇ ਕੋਲ ਇੱਕ ਹੋਰ ਬ੍ਰੇਕ ਹੁੰਦੀ ਹੈ। ਅਸੀਂ ਅਕਸਰ ਹੀ ਕਾਰਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਚਾਲਕ ਦੀ ਸੀਟ ਦੇ ਨਾਲ ਹੀ ਇੱਕ ਸਾਨੂੰ ਬਲੈਕ ਕਲਰ ਦਾ ਲੀਵਰ ਨਜ਼ਰ ਆਉਂਦਾ ਹੈ। ਵਿਦਿਆਰਥੀਓ ਇਸ ਨੂੰ ਆਪਾਂ ਹੈਂਡ ਬ੍ਰੇਕ ਕਹਿੰਦੇ ਹਾਂ, ਜਾਂ ਫਿਰ ਇਹਨਾਂ ਨੂੰ ਪਾਰਕਿੰਗ ਬ੍ਰੇਕਸ ਵੀ ਕਿਹਾ ਜਾਂਦਾ ਹੈ। ਵਿਦਿਆਰਥੀਓ ਉਸ ਲੀਵਰ ਨੂੰ ਜਦੋਂ ਆਪਾਂ ਉੱਤੇ ਖਿੱਚਦੇ ਹਾਂ ਤਾਂ ਉਹ ਲੀਵਰ ਵਿਦਿਆਰਥੀਓ ਸਾਡਾ ਅੱਗੇ ਫਰਦਰ ਸਾਡਾ ਪ੍ਰਾਇਮਰੀ ਕੇਬਲ ਦੇ ਨਾਲ ਅਟੈਚ ਹੁੰਦਾ ਹੈ, ਜੋ ਕਿ ਫਰਦਰ ਅੱਗੇ ਦੋ ਕੇਬਲਾਂ ਦੇ ਵਿੱਚ ਡਿਵਾਈਡ ਹੁੰਦੀ ਹੈ। ਵਿਦਿਆਰਥੀਓ ਜਦੋਂ ਲੀਵਰ ਨੂੰ ਆਪਾਂ ਹਰਕਤ ਵਿੱਚ ਲਿਆਉਂਦੇ ਹਾਂ ਤਾਂ ਲੀਵਰ ਜੋ ਹੈ ਉਹ ਕੇਬਲ ਦੇ ਵਿੱਚ ਤਣਾਅ ਪੈਦਾ ਕਰਦਾ ਹੈ, ਜਿਸ ਦੇ ਸਿੱਟੇ ਵਜੋਂ ਜੋ ਇਹ ਕੇਬਲ ਸਾਡੀ ਵੀਲ ਡਰਮਸ ਦੇ ਵਿੱਚ ਅਟੈਚ ਹੁੰਦੀ ਹੈ, ਐਸ ਕੈਮ ਨੂੰ ਹਰਕਤ ਵਿੱਚ ਲਿਆਉਂਦੀ ਹੈ ਅਤੇ ਸਾਡੀ ਪਾਰਕਿੰਗ ਬ੍ਰੇਕ ਇਸ ਤਰ੍ਹਾਂ ਹਰਕਤ ਵਿੱਚ ਆਉਂਦੀ ਹੈ। ਵਿਦਿਆਰਥੀਓ ਇਹਨਾਂ ਬ੍ਰੇਕਾਂ ਦਾ ਇਸਤੇਮਾਲ ਆਪਾਂ ਉਸ ਵੇਲੇ ਕਰਦੇ ਹਾਂ ਜਦੋਂ ਆਪਾਂ ਕਿਸੇ ਆਪਣੇ ਵਾਹਨ ਨੂੰ ਕਿਤੇ ਪਾਰਕ ਕਰਨਾ ਹੋਵੇ ਜਾਂ ਫਿਰ ਅਜਿਹੀ ਜਗ੍ਹਾ 'ਤੇ ਪਾਰਕ ਕਰ ਰਹੇ ਹਾਂ ਜਿੱਥੇ ਕੋਈ ਢਲਾਣ ਹੈ। ਇਸ ਲਈ ਵਿਦਿਆਰਥੀਓ ਆਪਾਂ ਉਸ ਦੌਰਾਨ ਇਸ ਲੀਵਰ ਨੂੰ ਖਿੱਚ ਦਾਂਗੇ ਤਾਂ ਕਿ ਸਾਡੀ ਜੋ ਪਾਰਕਿੰਗ ਬ੍ਰੇਕ ਹੈ ਉਹ ਹਰਕਤ ਵਿੱਚ ਆ ਜਾਵੇ ਅਤੇ ਸਾਡਾ ਵਾਹਨ ਇੱਕਦਮ ਸਥਿਰ ਹੋ ਜਾਵੇ। ਨੈਕਸਟ ਵਿਦਿਆਰਥੀਓ ਇੱਕ ਸਾਡੇ ਕੋਲ ਬਹੁਤ ਹੀ ਅਹਿਮ ਕਿਰਿਆ ਹੈ ਜੋ ਕਿ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਵਿੱਚ ਅਪਣਾਈ ਜਾਂਦੀ ਹੈ। ਵਿਦਿਆਰਥੀਓ ਇਹ ਸਾਡੀ ਕਿਰਿਆ ਦਾ ਨਾਮ ਹੈ ਬ੍ਰੇਕ ਬਲੀਡਿੰਗ। ਵਿਦਿਆਰਥੀਓ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਜੋ ਬ੍ਰੇਕ ਲਾਈਨਸ ਹਨ ਜਾਂ ਫਿਰ ਮਾਸਟਰ ਸਿਲੰਡਰ ਹੈ ਉਸ ਦੇ ਵਿੱਚ ਹਵਾ ਆ ਜਾਂਦੀ ਹੈ। ਹਵਾ ਆਉਣ ਦੇ ਨਾਲ ਵਿਦਿਆਰਥੀਓ ਸਾਡਾ ਜੋ ਆਪਾਂ ਜਾਣਦੇ ਹਾਂ ਕਿ ਜਦੋਂ ਹਵਾ ਜੋ ਸਾਡੇ ਬ੍ਰੇਕ ਲਾਈਨਸ ਜਾਂ ਫਿਰ ਮਾਸਟਰ ਸਿਲੰਡਰ ਵਿੱਚ ਆ ਜਾਏਗੀ ਤਾਂ ਸਾਡੀ ਜੋ ਹਾਈਡ੍ਰੋਲਿਕ ਬ੍ਰੇਕ ਹੈ ਉਹ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਗੀ, ਕਿਉਂਕਿ ਉਸ ਦੇ ਵਿੱਚ ਪ੍ਰੈਸ਼ਰ ਬਣਨਾ ਬੰਦ ਹੋ ਜਾਂਦਾ ਹੈ। ਇਸ ਲਈ ਵਿਦਿਆਰਥੀਓ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਹਵਾ ਨੂੰ ਸਾਡੇ ਬ੍ਰੇਕ ਲਾਈਨਾਂ ਜਾਂ ਫਿਰ ਮਾਸਟਰ ਸਿਲੰਡਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਸਹੀ ਤਰ੍ਹਾਂ ਪ੍ਰੈਸ਼ਰ ਬਣ ਸਕੇ ਅਤੇ ਸਾਡੀ ਬ੍ਰੇਕ ਸਹੀ ਤਰ੍ਹਾਂ ਹਰਕਤ ਦੇ ਵਿੱਚ ਆ ਸਕੇ। ਇਸ ਹਵਾ ਦੀ ਨਿਕਾਸੀ ਨੂੰ ਜਦੋਂ ਆਪਾਂ ਇਸ ਹਵਾ ਦਾ ਨਿਕਾਸ ਕਰਦੇ ਹਾਂ ਬ੍ਰੇਕ ਲਾਈਨਾਂ ਜਾਂ ਫਿਰ ਮਾਸਟਰ ਸਿਲੰਡਰ ਦੇ ਵਿੱਚੋਂ, ਅਤੇ ਉਸ ਕਿਰਿਆ ਨੂੰ ਬ੍ਰੇਕ ਬਲੀਡਿੰਗ ਕਹਿੰਦੇ ਹਾਂ। ਵਿਦਿਆਰਥੀਓ ਇਸ ਵੀਡੀਓ ਰਾਹੀਂ ਅਸੀਂ ਜਾਣਾਂਗੇ ਕਿ ਕਿਵੇਂ ਬ੍ਰੇਕ ਬਲੀਡਿੰਗ ਦੀ ਕਿਰਿਆ ਨੂੰ किया जाता है। इस अभ्यास में हम ब्रेक ब्लीडिंग के विषय में सीखेंगे। इस अभ्यास को करने के लिए हमें स्पैनर सेट, प्लास्टिक पाइप, कंटेनर तथा ब्रेक फ्लूइड इत्यादि की आवश्यकता होगी। ब्रेक ब्लीडिंग ऑपरेशन करने का प्रमुख उद्देश्य हाइड्रोलिक ब्रेक सिस्टम में आई हवा को बाहर निकालना है। ब्रेक ब्लीडिंग करने के लिए सबसे पहले मास्टर सिलेंडर रिजर्वायर को ब्रेक फ्लूइड से पूरा भरें
और ब्लीडिंग के दौरान भी कम से कम इसे आधा भरा रहने देना चाहिए। ब्लीडर प्लग की कैप को निकालें और प्लास्टिक पाइप का एक सिरा प्लग पर लगाएं तथा दूसरा सिरा कंटेनर में छोड़ दें। ब्रेक पैडल को बार बार दबाएं और छोड़ें और जिस समय इसे पूरी तरह दबा कर रखें, ब्लीडर प्लग को आधा चूड़ी लूज कर दें। जिस समय प्रेशर समाप्त हो जाए, प्लग यानी निप्पल को दोबारा कस दें। इस क्रिया को तब तक दोहराते रहें जब तक कि ब्रेक लाइन से सारी हवा बाहर ना निकल जाए। जब पाइप में बुलबुले आने बंद हो जाएं, ब्रेक पैडल को पूरी तरह दबा कर रखें और ब्लीडर प्लग को अच्छी तरह कस दें। ब्लीडर कैप वापस लगा दें। ब्लीडिंग ऑपरेशन पूरा होने पर लीकेज को चेक करें। ब्रेक फ्लूइड कंटेनर में इसे मैक्सिमम लेवल तक भरें। ब्रेक पैडल को दबाकर देखें, यदि यह अब भी स्पॉन्जी है तो पूरी क्रिया दोबारा दोहराएं। ब्रेक ब्लीडिंग ऑपरेशन हमेशा मास्टर सिलेंडर से सबसे दूर वाले व्हील सिलेंडर से शुरू करनी चाहिए और फिर उसी लाइन पर आगे वाले कैलिपर की करनी चाहिए। फिर यही क्रम दूसरी ब्रेक लाइन पर दोहराना चाहिए। इस प्रकार ब्रेक ब्लीडिंग का हमारा यह अभ्यास पूरा होता है। ਇਸ ਤਰ੍ਹਾਂ ਵਿਦਿਆਰਥੀਓ ਅਸੀਂ ਦੇਖਿਆ ਇਸ ਵੀਡੀਓ ਰਾਹੀਂ ਕਿ ਕਿਵੇਂ ਬ੍ਰੇਕ ਬਲੀਡਿੰਗ ਦੀ ਜੋ ਕਿਰਿਆ ਹੈ ਉਸ ਨੂੰ ਕੀਤਾ ਜਾਂਦਾ ਹੈ। ਵਿਦਿਆਰਥੀਓ ਨੈਕਸਟ ਅਸੀਂ ਦੇਖਾਂਗੇ ਕਿ ਜੋ ਸਾਡੀ ਫਰੰਟ ਬ੍ਰੇਕਸ ਹਨ, ਭਾਵ ਜੋ ਡਿਸਕ ਬ੍ਰੇਕ ਹੁੰਦੀਆਂ ਹਨ, ਉਸ ਦੀ ਸਰਵਿਸ ਜਾਂ ਫਿਰ ਉਸ ਦੇ ਵਿੱਚ ਮੌਜੂਦ ਜੋ ਸਾਡੇ ਬ੍ਰੇਕ ਪੈਡ ਹੁੰਦੇ ਹਨ, ਜਦੋਂ ਉਹ ਪੂਰੀ ਤਰ੍ਹਾਂ ਘਸ ਜਾਂਦੇ ਹਨ ਅਤੇ ਉਹਨਾਂ ਦੀ ਬਦਲੀ ਕਿਵੇਂ ਕੀਤੀ ਜਾਂਦੀ ਹੈ। ਵਿਦਿਆਰਥੀਓ ਸਭ ਤੋਂ ਪਹਿਲਾਂ ਤਾਂ ਆਪਾਂ ਜੈਕ ਦੀ ਮਦਦ ਨਾਲ ਵਾਹਨ ਦੇ ਅਗਲੇ ਹਿੱਸੇ ਨੂੰ ਉੱਪਰ ਉਠਾਵਾਂਗੇ। ਵਿਦਿਆਰਥੀਓ ਫਿਰ ਉਸ ਦੇ ਹੇਠਾਂ ਆਪਾਂ ਜੋ ਚੈਸੀ ਹੈ ਉਸ ਦੇ ਹੇਠਾਂ ਜੈਕ ਲਗਾ ਕੇ ਆਪਾਂ ਲਗ ਨਟਸ ਭਾਵ ਆਪਾਂ ਵੀਲ ਨਟ ਨੂੰ ਖੋਲਾਂਗੇ। ਵਿਦਿਆਰਥੀਓ ਬਿਨਾਂ ਵੀਲਸ ਨੂੰ ਵੀਲ ਹੱਬ ਤੋਂ ਉਤਾਰੇ ਆਪਾਂ ਜੋ ਹੈ ਬ੍ਰੇਕ ਪੈਡ ਚੇਂਜ ਨਹੀਂ ਕਰ ਸਕਦੇ। ਆਓ ਇੱਕ ਛੋਟੀ ਜਿਹੀ ਵੀਡੀਓ ਰਾਹੀਂ ਅਸੀਂ ਦੇਖਦੇ ਹਾਂ ਕਿ ਕਿਵੇਂ ਜੋ ਫਰੰਟ ਬ੍ਰੇਕ ਹੈ ਉਸ ਦੇ ਵਿੱਚ ਜੋ ਬ੍ਰੇਕ ਪੈਡ ਮੌਜੂਦ ਹੁੰਦੇ ਹਨ ਉਸ ਦੀ ਸਰਵਿਸ ਕੀਤੀ ਜਾਂ ਫਿਰ ਉਸ ਨੂੰ ਰਿਪਲੇਸ ਕਿਵੇਂ ਕੀਤਾ ਜਾਂਦਾ ਹੈ। ਵਿਦਿਆਰਥੀਓ ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਵੀ ਵੀਲ ਨੂੰ ਉਤਾਰ ਦਿੱਤਾ ਗਿਆ ਹੈ। ਫਿਰ ਵਿਦਿਆਰਥੀਓ ਆਪਾਂ ਸਟੀਅਰਿੰਗ ਨੂੰ ਘੁਮਾਵਾਂਗੇ ਤਾਂ ਕਿ ਜੋ ਸਾਡਾ ਜੋ ਡਿਸਕ ਹੈ ਉਹ ਇਸ ਤਰ੍ਹਾਂ ਹੋ ਜਾਏ ਕਿ ਸਾਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੋ ਜਾਏ। ਵਿਦਿਆਰਥੀਓ ਫਿਰ ਸਪੈਨਰ ਦੀ ਮਦਦ ਨਾਲ ਸਭ ਤੋਂ ਪਹਿਲਾਂ ਅਸੀਂ ਜੋ ਸਾਡੀ ਕੈਲੀਪਰ ਅਸੈਂਬਲੀ ਹੈ ਉਸ ਦੇ ਨਟ ਨੂੰ ਖੋਲਾਂਗੇ, ਕਿਉਂਕਿ ਵਿਦਿਆਰਥੀਓ ਕੈਲੀਪਰ ਦੇ ਵਿੱਚ ਹੀ ਸਾਡੇ ਬ੍ਰੇਕ ਪੈਡ ਜੋ ਹੈ ਉਹ ਮੌਜੂਦ ਰਹਿੰਦੇ ਹਨ। ਫਿਰ ਵਿਦਿਆਰਥੀਓ ਆਪਾਂ ਪੁਰਾਣੇ ਜੋ ਘਸੇ ਹੋਏ ਬ੍ਰੇਕ ਪੈਡ ਹੈ ਉਹਨਾਂ ਨੂੰ ਕੱਢਾਂਗੇ ਅਤੇ ਇਸ ਦੇ ਨਾਲ ਹੀ ਆਪਾਂ ਜੋ ਡਿਸਕ ਹੈ ਉਸ ਦੀ ਹਾਲਤ ਨੂੰ ਵੀ ਜਾਂਚਾਂਗੇ। ਵਿਦਿਆਰਥੀਓ ਸਪੈਨਰ ਦੀ ਮਦਦ ਨਾਲ ਅਸੀਂ ਕੈਲੀਪਰ ਨੂੰ ਸਹੀ ਤਰ੍ਹਾਂ ਐਡਜਸਟ ਕਰਾਂਗੇ। ਵਿਦਿਆਰਥੀਓ ਸਹੀ ਤਰ੍ਹਾਂ ਐਡਜਸਟ ਕਰਨ ਤੋਂ ਬਾਅਦ ਆਪਾਂ ਨਵੇਂ ਬ੍ਰੇਕ ਪੈਡ ਲਵਾਂਗੇ ਤਾਂ ਉਸ ਨੂੰ ਜੋ ਨਵੇਂ ਬ੍ਰੇਕ ਪੈਡ ਹੈ ਉਹਨਾਂ ਨੂੰ ਵਿੱਚ ਫਿੱਟ ਕਰ ਦੇਵਾਂਗੇ। ਵਿਦਿਆਰਥੀਓ ਬ੍ਰੇਕ ਕੈਲੀਪਰ ਦੇ ਵਿੱਚ 2 ਬ੍ਰੇਕ ਪੈਡ ਮੌਜੂਦ ਹੁੰਦੇ ਹਨ ਅਤੇ ਇਸ ਦੀ ਰਿਪਲੇਸਮੈਂਟ ਵੇਲੇ ਸਾਨੂੰ ਦੋਨਾਂ ਨੂੰ ਹੀ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ। ਵਿਦਿਆਰਥੀਓ ਨਵਾਂ ਬ੍ਰੇਕ ਪੈਡ ਲਾਉਣ ਤੋਂ ਬਾਅਦ ਸਾਡੇ ਕੋਲ ਇੱਕ ਪੱਤਰੀ ਹੁੰਦੀ ਹੈ ਜੋ ਕਿ ਸਾਨੂੰ ਬ੍ਰੇਕ ਪੈਡ ਦੇ ਉੱਤੇ ਫਿੱਟ ਕਰਨੀ ਜ਼ਰੂਰੀ ਹੁੰਦੀ ਹੈ, ਕਿਉਂਕਿ ਵਿਦਿਆਰਥੀਓ ਬ੍ਰੇਕਿੰਗ ਦੌਰਾਨ ਇਹ ਪੱਤਰੀ ਜੋ ਵੀ ਕੰਪਨ ਪੈਦਾ ਹੁੰਦਾ ਹੈ ਇਸ ਦੇ ਵਿੱਚ ਉਸ ਨੂੰ ਆਪਣੇ ਆਪ ਦੇ ਵਿੱਚ ਅਬਜ਼ੋਰਬ ਕਰ ਲੈਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਵਾਈਬ੍ਰੇਸ਼ਨ ਨੂੰ ਪੈਦਾ ਨਹੀਂ ਹੋਣ ਦਿੰਦੀ। ਇਸ ਤਰ੍ਹਾਂ ਵਿਦਿਆਰਥੀਓ ਜਦੋਂ ਆਪਾਂ ਦੋਨੋਂ ਬ੍ਰੇਕ ਪੈਡ ਬ੍ਰੇਕ ਕੈਲੀਪਰ ਦੇ ਵਿੱਚ ਫਿੱਟ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਜੋ ਸਾਡੀ ਬ੍ਰੇਕ ਕੈਲੀਪਰ ਅਸੈਂਬਲੀ ਹੈ ਉਸ ਨੂੰ ਨਟ ਲਗਾ ਕੇ ਆਪਾਂ ਮੇਲ ਦਾਂਗੇ। ਇਸ ਤਰ੍ਹਾਂ ਵਿਦਿਆਰਥੀਓ ਅਸੀਂ ਦੇਖਿਆ ਹੈ ਕਿਵੇਂ ਬ੍ਰੇਕ ਬਲੀਡਿੰਗ ਅਤੇ ਕਿਵੇਂ ਸਾਡੀ ਜੋ ਹੈ ਬ੍ਰੇਕ ਪੈਡ ਰਿਪਲੇਸਮੈਂਟ ਕੀਤੀ ਜਾਂਦੀ ਹੈ। ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਜੋ ਵੀ ਆਪਾਂ ਪੜ੍ਹਿਆ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਦੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਥੈਂਕ ਯੂ।